ਦੀ ਬਰਸੀ ਦੇ ਉੱਤੇ ਬਹੁਤ ਵੱਡਾ ਉਦਮ ਕੀਤਾ ਹੈ, ਜਿਹੜਾ ਕਿ ਏਡੀ ਵੱਡੀ ਮੀਟਿੰਗ ਸਾਰੀ ਕੌਮ ਦੇ ਮੈਂਬਰਾਂ ਦੀ ਬੁਲਾਈ ਹੈ। ਜੋ ਕੁਛ ਘੱਟ ਗਿਣਤੀ ਜਿਹੜੇ ਲੋਕ ਇੰਡੀਆ ਦੇ ਵਿੱਚ ਰਹਿੰਦੇ ਹੈ ਉਹਨਾਂ ਨਾਲ ਹੋ ਰਿਹਾ ਹੈ। ਮੇਰੇ ਲਈ ਸਪੈਸ਼ਲੀ ਅੱਜ ਬੜਾ ਕਰਮਾਂ ਵਾਲਾ ਦਿਨ ਹੈ, ਕਿਉਂ ਕਰਕੇ 2004 ਤੋਂ ਬਾਅਦ ਅੱਜ ਤੱਕ ਇੰਡੀਅਨ ਪ੍ਰੈਸ ਨੇ ਮੇਰਾ ਬॉयकॉट ਕਰਕੇ ਰੱਖਿਆ ਹੈ। ਬੇਸ਼ੱਕ ਟ੍ਰਿਬਿਊਨ ਹੋਵੇ, ਇੰਡੀਅਨ ਐਕਸਪ੍ਰੈਸ ਹੋਵੇ, ਟਾਈਮਜ਼ ਆਫ ਇੰਡੀਆ ਹੋਵੇ, ਹਿੰਦੁਸਤਾਨ ਟਾਈਮਜ਼ ਹੋਵੇ, UN ਹੋਵੇ, PTI ਹੋਵੇ। ਮੈਨੂੰ ਵਜ੍ਹਾ ਨਹੀਂ ਦੱਸੀ ਇੰਡੀਅਨ ਪ੍ਰੈਸ ਨੇ ਕਿ ਮੇਰਾ ਇੰਨੇ ਸਾਲ ਬॉयकॉट ਕਿਉਂ ਕੀਤਾ ਹੈ। ਕਿਉਂ ਕਰਕੇ ਸਾਡੀ ਪਾਰਟੀ ਹੈ ਜਿਹੜੀ ਇੱਕ ਮਿਨੋਰਿਟੀ ਨੂੰ ਰਿਪਰੈਜ਼ੈਂਟ ਤੇ ਨੁਮਾਇੰਦਗੀ ਕਰਦੀ ਹੈ। ਕਿ ਇਸ ਮੁਲਕ ਦੇ ਵਿੱਚ ਰਾਸ਼ਟਰਵਾਦ, ਹਿੰਦੂਤਵਾ ਵੱਧ ਗਿਆ ਹੈ ਕਿ ਅਸੀਂ ਜਿਹੜੇ ਘੱਟ ਗਿਣਤੀ ਦੇ ਲੋਕ ਹੈ ਅਸੀਂ ਪ੍ਰੈਸ ਦੇ ਯੋਗ ਨਹੀਂ ਹੈ। ਇਹ ਸਾਰਾ ਕੁਝ ਕਲੀਅਰ ਕਰਨਾ ਪਊਗਾ, ਕਿਉਂ ਕਰਕੇ ਜਿਹੜੀ ਇੰਡੀਅਨ ਪ੍ਰੈਸ ਹੈ ਜੇ ਇਹ ਫ੍ਰੀ ਤੇ ਆਜ਼ਾਦ ਨਾ ਰਹੀ ਤਾਂ ਫਿਰ ਇਹਦਾ ਫਾਇਦਾ ਕਿਸੇ ਨੂੰ ਹੋਣਾ ਨਹੀਂ। ਬਾਹਰ ਦੀਆਂ ਜਿੰਨੀਆਂ ਵੀ ਖਬਰਾਂ ਦੀਆਂ ਏਜੰਸੀਜ਼ ਹੈ ਉਹਨਾਂ ਨੇ ਇੰਡੀਅਨ ਪ੍ਰੈਸ ਦੇ ਉੱਤੇ ਇਤਬਾਰ ਨਹੀਂ ਕਰਨਾ। ਅੱਜ ਸਾਡੀ ਮੀਟਿੰਗ ਦੇ ਵਿੱਚ ਜਿਹੜੀ ਇੰਡੀਆ ਦੇ ਵਿੱਚ ਕਹਿੰਦੇ ਹੈ ਰਿਲੀਜੀਅਸ ਫਰੀडम ਹੈ ਤੇ ਹਿਊਮਨ ਰਾਈਟਸ ਹੈ, ਉਹਦੇ 'ਤੇ ਗੱਲਾਂ ਹੋਈਆਂ। ਅਸੀਂ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ ਘੱਟ ਗਿਣਤੀਆਂ ਦੇ ਲਈ ਧਾਰਮਿਕ ਆਜ਼ਾਦੀ ਇੱਥੇ ਖਤਮ ਹੋ ਗਈ ਹੈ। ਤੇ ਜੇ ਸਿੱਖਾਂ ਦੇ ਮਸਲੇ ਹੈਗੇ ਹੈ ਗੁਰੂ ਗ੍ਰੰਥ ਸਾਹਿਬ ਦੇ, ਉਹ ਵੀ ਜਿਹੜੀ ਤਫਤੀਸ਼ ਹੋ ਰਹੀ ਸੀ 2015 ਦੇ ਵਿੱਚ 328 ਮਹਾਰਾਜ ਦੇ ਸਰੂਪ SGPC ਨੇ ਵੇਚਦੇ ਹੈ, ਗੁੰਮ ਕਰਤੇ ਹੈ। ਅਜੇ ਤੱਕ ਸਾਨੂੰ ਕੋਈ ਪਤਾ ਨਹੀਂ ਲੱਗਿਆ। ਤੇ ਜਿਹੜੇ ਹਾਈ ਕੋਰਟ ਦੇ ਜੱਜ ਹੈ ਸ਼ੇਖਵਾਤ, ਸਾਗਵਾਨ, ਬਜਾਜ, ਜਿਹੜੀ ਤਫਤੀਸ਼ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀ ਹੋ ਰਹੀ ਸੀ ਉਹਦੇ ਉੱਤੇ ਇਹ 3 ਹਾਈ ਕੋਰਟ ਜੱਜਾਂ ਨੇ ਰੋਕ ਲਾਈ ਹੋਈ ਹੈ। ਅਸੀਂ ਹੈਰਾਨ ਹਾਂ ਕਿ ਹਾਈ ਕੋਰਟ ਨੇ ਆਪਣੇ ਬੰਦੇ ਬਚਾਉਣ ਦੇ ਲਈ ਬਾਦਲ, ਸੈਣੀ, ਸੁਖਬੀਰ, ਰਾਮ ਰਹੀਮ ਸਾਡੀ ਤਫਤੀਸ਼ ਦੇ ਉੱਤੇ ਕਿਉਂ ਰੋਕ ਲਾਈ ਹੈ। ਉਹਨਾਂ ਨੇ ਉਲੰਘਣਾ ਜੱਜਾਂ ਨੇ ਕੀਤੀ ਹੈ ਆਰਟੀਕਲ 25 ਦੀ, ਜਿਹੜੀ ਆਜ਼ਾਦੀ ਦਿੰਦੀ ਹੈ ਧਾਰਮਿਕ। ਤੇ ਉਹ ਜੱਜਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਅੱਜ ਤੁਹਾਡਾ ਨਾਂ ਘੱਟ ਗਿਣਤੀਆਂ ਦੇ ਵਿੱਚ ਬਿਲਕੁਲ ਬਦਨਾਮ ਹੋਇਆ। ਮੁਸਲਮਾਨਾਂ ਦੀ ਗੱਲ ਕਰੀਏ, ਹਿਜਾਬ ਦੀ ਉਹਨਾਂ ਦੇ ਉੱਤੇ ਪਾਬੰਦੀ ਲੱਗ ਗਈ ਹੈ। ਜਿੱਥੇ ਹਿਜਾਬ ਦੇ ਉੱਤੇ ਪਾਬੰਦੀ ਲੱਗੀ ਹੈ ਉੱਥੇ ਸਿੱਖਾਂ ਦੀਆਂ ਬੀਬੀਆਂ ਦੇ ਉੱਤੇ ਜਿਹੜਾ ਉਹ ਪਟਕਾ ਪਾਉਂਦੀ ਹੈ, ਕੇਸਕੀ ਪਾਉਂਦੀ ਹੈ, ਉਹਦੇ ਉੱਤੇ ਵੀ ਰੋਕ ਲੱਗ ਗਈ ਹੈ। ਤੇ 8 ਮਹੀਨਿਆਂ ਦੇ ਲਈ ਜਿਹੜੀ ਸਭ ਤੋਂ ਵੱਡੀ ਮਸੀਤ ਹੈ ਸ੍ਰੀਨਗਰ ਦੀ ਹਜ਼ਰਤ ਬਲ, ਉੱਥੇ ਜੁਮੇ ਦੀ ਨਮਾਜ਼ ਨਹੀਂ ਪੜ੍ਹਨ ਦਿੱਤੀ। ਇਹ ਸਾਰੀਆਂ ਚੀਜ਼ਾਂ ਜਿਹੜੀ ਧਾਰਮਿਕ ਆਜ਼ਾਦੀ ਖਤਮ ਕਰਤੀ ਹੈ, ਘੱਟ ਗਿਣਤੀਆਂ ਦੇ ਹਿਊਮਨ ਰਾਈਟਸ ਖਤਮ ਕਰਤੇ ਹੈ। ਤੇ ਜਦੋਂ ਮੋਦੀ ਸਰਕਾਰ ਦਾ ਰਿਸ਼ਤਾ ਰੂਸ ਦੇ ਨਾਲ ਇੱਡਾ ਵਧੀਆ,
फिर इंडिया की इंटैलीजेंस रॉ IB ते मिलिट्री इंटैलीजेंस नूं क्यों नहीं पता लग्या कि रूस ने यूक्रेन के उत्ते हमला करना। जे इंटैलीजेंस एजेंसियां ने मोदी नूं नहीं दस्या, इस करके साडे उत्थे डॉक्टर फसे हुए है। ये पूरी अनगहली है मोदी सरकार BJP RSS की। ते 1920 च जदों चीन ने लद्दाख के उत्ते हमला किया है, उदों भी रॉ ने ते इंटैलीजेंस ब्यूरो ते मिलिट्री इंटैलीजेंस ने अपनी सरकार नूं अगाऊं खबर नहीं दी कि चीन लद्दाख के उत्ते हमला करने वाला है। पर क्यों करके हिंदुत्व का कदे इतिहास दे विच राज नहीं रहा, इस करके इन्हां नूं हुकूमत करनी नहीं आउंदी। जिहड़ा रॉ दा मुखी है, IB दा मुखी है, होम मिनिस्ट्री का सैकटरी है, जिन्हां ने इतला अगाऊ सरकार नूं नहीं दिती, उन्हां तिन्हां नूं 2-2 साल उन्हां दी नौकरी दे विच वाधा किया गया। ये हिंदुत्व किवें इस मुल्क नूं चलाऊगी जदों ये निज़ाम चला ही नहीं सकती। सो अज जिहड़ी साडी मीटिंग हुई है, सरदार कुशलपाल सिंह जी ने की है, असी बड़े ऋणी हैं कि हुण इलैक्शनां दे रिजल्ट निकलण वाले है। पर सानू ये नहीं पता कि जिहड़ियां EVM मशीनां हैगियां, ये साडे मसले दे विच असली गिनती देणगियां कि नहीं देणगियां। क्यों करके साडा सिखां दा नुमाइंदा इलैक्शन कमिशन दे विच है नहीं गा, ना सुप्रीम कोर्ट दे विच हैगा, ना जिन्ने सूबियां दे हाई कोर्ट ने उत्थे भी चीफ जस्टिस सिख है नहीं गा, कोई गवर्नर सिखां दा नहीं है। तो मेरा कहने का मतलब है कि जे हुण कहिए कि ये हिंदू राष्ट्र बन चुके है, तो फिर दलील दे नाल प्रेस नूं मनना चाहिए कि खालिस्तान की मंग करनी बिल्कुल जायज़ है। हिंदू राष्ट्र दे नीचे ना मुसलमान, ना सिख, ना ईसाई, ना रंगरेटा सिख, ना कोई ट्राइबल बंदा रह सकता हैगा। सो ये लेजिटमाइज करता है कि जे हिंदू राष्ट्र है तो फिर खालिस्तान भी है। ये ते किसी हिंदू नूं डरन नहीं लगन देना। क्यों करके जे असी सिख 75 साल हिंदुत्व के राज दे विच रहे हैं, तो फिर साडे हिंदू वीर भी बड़ी आसानी दे नाल खालिस्तान दे विच अपनी जिंदगी बराबर की बतीत कर सकते हैं। सो अज तो ये प्रोपेगेंडा खालिस्तान के विरुद्ध खत्म हो जाना चाहिए। क्यों करके एक पासे हिंदू राष्ट्र है, दूजे पासे सिखां नूं अपना राष्ट्र चाहिए। तो यदा मतलब है कि ये जायज़ डिमांड अज आप ही हिंदू राष्ट्र ने करती है। तो ये सारी गल अज इत्थे हुई है। हुण तुसीं कुछ पुछ सकते हो। मान साहब तुसीं अपने हिंदू राष्ट्र ते खालिस्तान के हवाले नाल गल कीती है जी, रिलीजियस फ्रीडम के उत्ते अज सारी टॉक हुई है। पर तुसीं की देखते हो जो तुसीं हिंदुओं का हवाला दिता है, जो तुसीं खालिस्तान का पोलीटिकल एक अपना एजेंडा लैके जाने हो, तो जिहड़े मुस्लिम ने वो थोड़े सांझे मुहाज दे विच किवें शामिल होंदे? मलेरकोटले दे विच सामने देख के मान साहब मलेरकोटले दे विच जिहड़े नवाब शेर खान साहब सीगे, उन्हां ने सूबे दे सरहद दे सूबे नूं कहा सीगा कि नौजवान
ਮਾਸੂਮ ਬੱਚਿਆਂ ਨੂੰ ਇਸਲਾਮ ਇਜਾਜ਼ਤ ਨਹੀਂ ਦਿੰਦੀ ਕਿ ਬਾਬਾ ਫਤਿਹ ਸਿੰਘ ਤੇ ਜ਼ੋਰਾਵਰ ਸਿੰਘ ਨੂੰ ਨੀਹਾਂ ਦੇ ਵਿੱਚ ਚੁਣ ਦਿਓ। ਉਸ ਤੋਂ ਬਾਅਦ ਤੁਸੀਂ ਹਫੜਾ ਦਫੜੀ ਈਸਟ ਤੇ ਵੈਸਟ ਪੰਜਾਬ ਦੇ ਵਿੱਚ ਪਈ ਹੈ, ਪਰ ਕਿਸੇ ਵੀ ਮੁਸਲਮਾਨ ਦਾ ਵਾਲ ਜਿਹੜਾ ਮਲੇਰਕੋਟਲੇ ਦਾ ਰਾਜ ਸੀ ਉਹਦੇ ਵਿੱਚ ਵਿੰਗਾ ਨਹੀਂ ਹੋਣ ਦਿੱਤਾ। ਅਸੀਂ ਹਿੰਦੂਆਂ ਦੇ ਵੀ ਭਰਾ ਹੈ, ਮੁਸਲਮਾਨਾਂ ਦੇ ਵੀ ਭਰਾ ਹੈ, ਪਰ ਅਸੀਂ ਕਦੇ ਮੁਗਲ, ਅਫਗਾਨ, ਅੰਗਰੇਜ਼ ਤੇ ਹਿੰਦੂਤਵਾ ਦੇ ਰਾਜ ਦੇ ਥੱਲੇ ਨਾ ਅਸੀਂ ਰਹੇ ਹੈ, ਨਾ ਅਸੀਂ ਰਹਿਣਾ ਚਾਹੁੰਦੇ ਹਾਂ। ਮਾਨ ਸਾਹਿਬ, ਚੋਣ ਮਾਹੌਲ ਇਸ ਵਾਰੀ ਥੋੜਾ ਅਲੱਗ ਕਿਸਮ ਦਾ ਸੀ। 5-6 ਤਰ੍ਹਾਂ ਮੈਦਾਨ 'ਚ ਸੀ। ਇੱਕ ਇਹ ਚਰਚਾ ਹੁਣ ਤੱਕ ਕਿ ਬਦਲਾਅ ਦੇ ਨਾਂ 'ਤੇ ਲੋਕਾਂ ਨੇ ਵੋਟਾਂ ਪਾਈਆਂ ਨੇ। ਤੁਹਾਨੂੰ ਕੀ ਨਜ਼ਰ ਆਉਂਦਾ ਕਿ ਕਿਹਦੀ ਸਰਕਾਰ ਬਣ ਸਕਦੀ? ਇਹ ਜਿਹੜੇ ਤੁਸੀਂ ਜਰਨਲਿਸਟ ਹੋ ਨਾ, ਇਹ ਜੜ ਤੱਕ ਤਾਂ ਤੁਹਾਡਾ ਕੰਮ ਹੈਗਾ, ਸਾਡਾ ਕੰਮ ਹੈ ਲੜਨਾ। ਅਸੀਂ ਲੜ ਲਏ ਹੈ। ਹੁਣ ਤੁਸੀਂ ਦੱਸੋ ਕਿਹੜੀ ਪਾਰਟੀ ਦਾ ਸਰਕਾਰ ਆਊਗੀ, ਤੇ ਜੇ ਬੀਜੇਪੀ ਤੇ ਉਹਨਾਂ ਦੇ ਨਾਲ ਦਿਆਂ ਦੀ ਸਰਕਾਰ ਨਾ ਆਈ ਤਾਂ ਫਿਰ ਸੈਂਟਰ ਸ਼ਾਇਦ ਇੱਥੇ ਪ੍ਰੈਜ਼ੀਡੈਂਟਸ ਰੂਲ ਕਰਦੇ, ਕਿਉਂ ਕਰਕੇ ਸਿੱਖਾਂ ਦੇ ਉੱਤੇ ਬੀਜੇਪੀ ਆਰਐਸਐਸ ਦਾ ਅਤਬਾਰ ਹੈ ਨਹੀਂਗਾ। ਤੁਹਾਡੀ ਗੱਲ ਠੀਕ ਹੈ, ਜਰਨਲਿਸਟ ਦਾ ਕੰਮ ਹੈ, ਪਰ ਜਿਹੜਾ ਲੜਦਾ ਉਹ ਵੀ ਸੋਚਦਾ ਹੁੰਦਾ ਕਿ ਅਸੀਂ ਕਿੱਥੇ ਖੜੇ। ਅਸੀਂ ਤਾਂ ਲੜਦੇ ਹਾਂ ਜੀ ਬਸ, ਬਾਕੀ ਰਿਜ਼ਲਟ ਤੁਸੀਂ ਕੱਢੋ ਹੁਣ ਕੱਟਾ ਕੱਟੀ। ਮੁੱਖ ਮੁੱਦਾ ਕੀ ਰਹੇਗਾ ਹਾਂ ਹੈ ਵਿਧਾਨ ਸਭਾ ਦੇ ਵਿੱਚ ਮੁੱਖ ਮੁੱਦਾ ਕੀ ਹੋਵੇਗਾ? ਮੇਰਾ ਜਿਹੜੇ ਜਿੱਤ ਕੇ ਤੁਸੀਂ ਉੱਥੇ ਗਏ ਅਸੈਂਬਲੀ ਮੈਂ ਦੱਸ ਰਿਹਾ, ਪੰਤਾਣੀ ਇੰਦਰਾ ਗਾਂਧੀ ਜੀ ਨੇ 60 ਸਾਲ ਪਹਿਲਾਂ ਅਨਾਉਂਸ ਕੀਤਾ ਸੀ ਕਿ ਅਸੀਂ ਰੋਟੀ ਕੱਪੜਾ ਮਕਾਨ ਦੇਵਾਂਗੇ। ਹੁਣ ਤੁਸੀਂ ਦੱਸੋ ਗਰੀਬਾਂ ਦੇ ਕੋਲੇ ਰੋਟੀ ਕੱਪੜਾ ਮਕਾਨ ਅਜੇ ਤੱਕ ਹੈਗਾ? ਜਿਹੜਾ ਕੁਛ ਮੈਂ ਦੇਖਿਆ ਹੈ, ਗਰੀਬ ਆਦਮੀ ਦੇ ਕੋਲੇ ਇੱਕ ਘਰ ਦੇ ਵਿੱਚ ਇੱਕ ਵੱਡਾ ਕਮਰਾ ਹੈ, ਉਹਦੇ ਵਿੱਚ ਮੀਆਂ ਬੀਬੀ ਆਪ ਸੌਂਦੇ ਹੈ, ਉਹਨਾਂ ਦਾ ਮੁੰਡਾ ਤੇ ਨੂੰਹ ਉਸੇ ਕਮਰੇ 'ਚ ਸੌਂਦੀ ਹੈ। ਜੇ ਉਹਨਾਂ ਦੀ ਧੀ ਤੇ ਜਵਾਈ ਆ ਜੇ ਉਹ ਵੀ ਉਸੇ ਕਮਰੇ 'ਚ ਸੌਂਦੇ ਹੈ। ਸਿਆਲਾਂ ਦੇ ਵਿੱਚ ਜੇ ਠੰਡ ਪੈ ਜੇ ਤਾਂ ਮੱਝ ਵੀ ਉਸੇ ਕਮਰੇ 'ਚ ਆਉਂਦੀ ਹੈ। ਹੁਣ ਤੁਸੀਂ ਦੱਸੋ ਕਿ ਜਿਹੜੇ ਵਾਅਦੇ ਹਿੰਦੂਤਵਾ ਇੰਦਰਾ ਗਾਂਧੀ ਨੇ ਕੀਤੇ ਹੈ, ਉਦੋਂ ਬਾਅਦ ਵੀ ਹਿੰਦੂਤਵਾ ਦਾ ਰਾਜ ਰਿਹਾ ਹੈ, ਕਿ ਇਹ ਗਰੀਬਾਂ ਦੀ ਮੰਗ ਅਜੇ ਤੱਕ ਪੂਰੀ ਕੀਤੀ ਹੈ ਕਿ ਨਹੀਂ? ਇਹ ਸਭ ਤੋਂ ਵੱਡਾ ਵਿਸ਼ਾ, ਜੇ ਮੈਂ ਅਸੈਂਬਲੀ 'ਚ ਗਿਆ, ਇਹ ਉੱਥੇ ਅਸੀਂ ਚੱਕਾਂਗੇ ਕਿ ਕਿਹੜੇ ਕਿਹੜੇ ਵਾਅਦੇ ਕਰਦੇ ਰਹੇ ਹੋ। ਤੇ ਅਜੇ ਤੱਕ ਇੰਦਰਾ ਗਾਂਧੀ ਜੀ, ਜਿਹਨੂੰ ਅਡਵਾਨੀ ਜੀ ਨੇ ਕਿਹਾ ਸੀਗਾ ਕਿ ਬਲੂ ਸਟਾਰ 6 ਮਹੀਨੇ ਪਹਿਲਾਂ ਕਰ ਦੇਣਾ ਚਾਹੀਦਾ ਸੀ, ਤੇ ਵਾਜਪਾਈ ਸਾਹਿਬ ਨੇ ਕਿਹਾ ਸੀ ਇੰਦਰਾ ਗਾਂਧੀ ਹੁਣ ਸਾਡੀ ਦੁਰਗਾ ਮਾਤਾ ਹੈਗੀ ਹੈ। ਫਿਰ ਦੁਰਗਾ ਮਾਤਾ ਦੀ ਗੱਲ ਅਜੇ ਤੱਕ ਆਪਾਂ ਨੇ ਕਿਉਂ ਨਹੀਂ ਅਪਣਾਈ? ਕਿਉਂ ਰੋਟੀ ਕੱਪੜਾ ਮਕਾਨ ਸਾਡੇ ਗਰੀਬਾਂ ਦੇ ਕੋਲੇ ਕਿਉਂ ਨਹੀਂ ਹੈ? ਮਾਨ ਸਾਹਿਬ, ਹੁਣੇ ਤੁਸੀਂ ਸਿੱਖ ਰਾਜ ਦੀ ਗੱਲ ਕੀਤੀ ਆ, ਭਾਵੇਂ ਉਹ ਖਾਲਿਸਤਾਨ ਦੇ ਨਾਂ ਦੇ ਹੇਠ ਹੋਵੇ। ਉਹਦੇ ਵਿੱਚ ਤੁਸੀਂ ਕਿਹਾ ਵੀ ਮੁਸਲਮਾਨ ਵੀ, ਹਿੰਦੂ ਵੀ, ਸਾਰੇ ਫਿਰਕੇ ਵੀ ਬਹੁਤ ਵਧੀਆ ਤਰੀਕੇ ਨਾਲ ਰਹਿਣਗੇ। ਇੱਕ ਐਗਜ਼ਾਮਪਲ ਵੀ ਹੈਗਾ, ਖਾਲਸੇ ਦੇ ਕੋਲ ਖਾਲਸਾ ਰਾਜ ਸੀਗਾ, ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਸੀਗਾ। ਪਰ ਕਿਉਂ ਅੱਜ ਅਸੀਂ ਵੇਖ ਰਹੇ ਹਾਂ ਕਿ ਉਹ ਲੋਕਾਂ ਦੇ ਵਿੱਚ ਉਸ ਵਿਸ਼ਵਾਸ ਨਹੀਂ ਦਵਾ ਪਾਏ ਹੈਗੇ ਆ ਵੀ ਖਾਲਸਾ ਰਾਜ ਜੇ ਆਊਗਾ ਤਾਂ ਸਾਰੇ ਫਿਰਕੇ ਜਿਹੜੇ ਹੈਗੇ ਆ ਉਹ ਪ੍ਰਫੁੱਲਤ ਹੋਣਗੇ, ਜਦਕਿ ਸਾਡੇ ਕੋਲ ਤਾਂ ਐਗਜ਼ਾਮਪਲ ਵੀ ਹੈਗਾ ਖਾਲਸਾ ਰਾਜ ਦਾ। ਸਰ ਸਾਹਿਬ, ਜਿਹੜੇ ਰਾਜ ਕਰਨ ਵਾਲੇ ਹੁੰਦੇ ਹੈ, ਉਹ ਆਪਣਾ ਰਾਜ ਕਦੇ ਤੋੜਨ ਦੇ ਹੱਕ 'ਚ ਨਹੀਂ ਹੁੰਦੇ। ਇਹ ਹਿਸਟਰੀ ਹੈ ਕਿ ਜਿਹੜਾ ਰਾਜ ਹੁੰਦਾ ਹੈ ਉਸ ਨੂੰ ਦਬਾਉਂਦੇ ਹੈ, ਮਾਰਦੇ ਹੈ, ਕਰਦੇ ਹੈ, ਟੁੱਟਣ ਨਹੀਂ ਦਿੰਦੇ। ਤੇ ਫਿਰ ਸਾਡੇ ਹਿੰਦੂ ਭਰਾ ਕਿਵੇਂ ਸਾਡੇ ਨਾਲ ਸਹਿਮਤ ਹੋ ਜਾਣਗੇ? ਤੁਸੀਂ ਆਪ ਦੱਸੋ, ਤੁਸੀਂ ਆਪ ਦੱਸੋ ਕਿਵੇਂ ਸਹਿਮਤ ਹੋਣਗੇ? ਤੁਹਾਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਕਿ ਵਿਸ਼ਵਾਸ ਸੀਗਾ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਇਮੇਜ ਸੀਗੀ, ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਉਹਦੇ ਵਿੱਚ ਵੀ ਘਾਟ ਹੈਗੀ ਕਿ ਇੱਕ ਆਗੂ ਜਿਹਨੂੰ ਵੇਖਦੇ ਕਿ ਅੱਗੇ ਸਾਹਮਣੇ ਨਜ਼ਰ ਨਹੀਂ ਆਉਂਦਾ? ਜਦ ਦਾ ਹਿੰਦੂ ਨੂੰ ਰਾਜ 1947 ਤੋਂ ਮਿਲਿਆ ਹੈ, ਇਹ ਘੱਟ ਗਿਣਤੀ ਨੂੰ ਨਾਲ ਲੈ ਕੇ ਨਹੀਂ ਚੱਲ ਰਿਹਾ। ਇਹ ਕਹਿੰਦਾ ਕਿ ਘੱਟ ਗਿਣਤੀ ਮੇਰੇ ਨਾਲ ਚੱਲੇ। ਜਦੋਂ ਇਹੋ ਜਿਹਾ ਰਵੱਈਆ
ਰਾਜ ਕਰਨ ਵਾਲੀ ਕੌਮ ਦੇ ਵਿੱਚ ਹੋ ਜੇ ਤਾਂ ਫਿਰ ਘੱਟ ਗਿਣਤੀ ਵੱਧ ਗਿਣਤੀ ਦੇ ਨਾਲ ਨਹੀਂ ਰਹਿ ਸਕਦੀ। ਮੈਂ ਤੁਹਾਨੂੰ ਦੱਸਿਆ ਨਾ ਸੁਪਰੀਮ ਕੋਰਟ, ਨਾ ਮੋਦੀ ਦੀ ਕੈਬਨਿਟ, ਨਾ ਕਿਸੇ ਸੂਬੇ ਦੇ ਵਿੱਚ ਕੋਈ ਸਿੱਖ ਜਾਂ ਮੁਸਲਮਾਨ ਦਾ ਨਿਸ਼ਾਨ ਨਹੀਂ ਰਿਹਾ। ਮਾਨ ਸਾਹਿਬ ਅਮਰਗੜ੍ਹ ਦੇ ਲੋਕਾਂ ਦੀ ਆਵਾਜ਼ ਹੈ ਕਿ ਤੁਸੀਂ ਐਮਐਲਏ ਬਣ ਕੇ ਅਸੈਂਬਲੀ 'ਚ ਜਾ ਰਹੇ ਹੋ ਪੰਜਾਬ। ਜਿਵੇਂ 1999 ਦੇ ਵਿੱਚ ਤੁਸੀਂ ਪਾਰਲੀਮੈਂਟ ਦੇ ਵਿੱਚ ਗਏ ਸੀ, ਉੱਥੇ ਤੁਸੀਂ ਕਿਰਪਾਨ ਦਾ ਮੁੱਦਾ ਰੱਖ ਦਿੱਤਾ ਸੀ। ਕੀ ਅਸੈਂਬਲੀ 'ਚ ਵੀ ਅੱਜ ਜਾਣ ਤੋਂ ਬਾਅਦ, ਕਸਮ ਲੈਣ ਤੋਂ ਬਾਅਦ, ਕਸਮ ਲੈਣ ਤੋਂ ਪਹਿਲਾਂ ਆਪਣੀ ਕਿਰਪਾਨ ਦਾ ਹੀ ਮੁੱਦਾ ਇੱਥੇ ਵੀ ਰੱਖੋ? ਪੰਡਿਤ ਜੀ, ਵੱਧ ਗਿਣਤੀ ਹਿੰਦੂ ਜੇ ਮੈਨੂੰ ਕਹੂਗਾ ਕਿ ਸਿਮਰਨਜੀਤ ਸਿੰਘ ਮਾਨ ਤੂੰ ਸਿੱਖ ਹੈ, ਕੌਨਸਟੀਟਿਊਸ਼ਨ ਦੀ ਆਰਟੀਕਲ 25 ਕਹਿੰਦੀ ਹੈ ਕਿ ਇਹ ਸਿੱਖ ਕੈਨ ਕੈਰੀ wear his kirpan and carry his kirpan, फिर मैं लेके जाऊंगा। पर जे हिंदू कौम मैनू नहीं ऑफर करूगी, मैं हिंदू कौम की जलालत झल्लण दे लई तैयार नहीं होऊंगा। ਇਹ ਤਾਂ ਤੁਸੀਂ ਕੌਮ ਦੀ ਗੱਲ ਕੀਤੀ, ਤੁਸੀਂ ਕਨਸਟੀਟਿਊਸ਼ਨਲੀ ਇਲੈਕਟ ਹੋ ਕੇ ਜਾਓਗੇ। ਮੇਰਾ ਸਵਾਲ ਇਹ ਹੈ, ਪਹਿਲਾਂ ਵੀ ਮੈਂ ਕੌਨਸਟੀਟਿਊਸ਼ਨਲੀ ਇਲੈਕਟ ਹੋ ਕੇ ਗਿਆ ਸੀ ਤੇ ਮੈਨੂੰ ਪਾਰਲੀਮੈਂਟ ਦੇ ਵਿੱਚ ਵੜਨ ਨਹੀਂ ਸੀ ਦਿੱਤਾ। ਉਹਦੇ ਵਿੱਚ ਤਾਂ ਮੇਜਰਮੈਂਟ ਸੀ ਕਿਰਪਾਨ ਦਾ, ਤੁਸੀਂ ਕਹਿੰਦੇ ਸੀ ਵਾਧੂ ਲੰਬੀ ਲੈ ਕੇ ਜਾਣਾ ਹੈ ਤੇ ਉਹ ਕਹਿੰਦੇ ਸੀ 6 ਇੰਚ ਦੀ ਲਓ। ਨਹੀਂ ਪੰਡਿਤ ਜੀ, there is no restrictions in the constitution. If the constitution says you can wear the kirpan which is 7 inches long and carry the kirpan, then it is understood that this kirpan would go into parliament. ਮਾਨ ਸਾਹਿਬ 24 ਫਰਵਰੀ ਨੂੰ ਪੰਥਕ ਇਕੱਠ ਹੋਇਆ ਸੀਗਾ ਫਤਿਹਗੜ੍ਹ ਸਾਹਿਬ, ਤੁਸੀਂ ਐਡਰੈਸ ਕੀਤਾ ਸੀ ਉੱਥੇ, ਤੁਸੀਂ ਅੱਜ ਵੀ ਐਡਰੈਸ ਕੀਤਾ। ਦੋ ਮੁੱਦੇ ਵਿੱਚ ਹੋਏ ਸੀਗੇ, ਇੱਕ ਜਿਹੜੇ ਸਰਦਾਰ ਸੰਦੀਪ ਸਿੰਘ ਦੀਪ ਸਿੱਧੂ ਨੇ, ਉਹਨਾਂ ਦੀ ਜਿਹੜੀ ਡੈਥ ਹੋਈ ਹੈ ਉਹਦੀ ਜਾਂਚ ਦੀ ਤੁਸੀਂ ਗੱਲ ਕੀਤੀ ਸੀ। ਦੂਸਰਾ ਇਹ ਗੱਲ ਹੈ ਕਿ ਜਿਹੜੀ ਬਲੂ ਪ੍ਰਿੰਟ ਦੀ ਗੱਲ ਹੈ, ਕਿੰਨਾ ਵੱਡਾ ਪੰਥਕ ਇਕੱਠ ਹੋਇਆ ਤਾਂ ਇਹ ਮੰਨਿਆ ਜਾ ਰਿਹਾ ਕਿ ਬਲੂ ਪ੍ਰਿੰਟ ਨਹੀਂ ਉੱਥੋਂ ਦਿੱਤਾ ਗਿਆ ਸਟੇਜ ਤੋਂ ਕਿ ਅੱਗੋਂ ਅਗਵਾਈ ਕੀ ਹੋਵੇ। ਤੇ ਹੁਣ ਜਿਹੜਾ ਤੁਸੀਂ ਅੱਗੋਂ ਇਕੱਠ ਕਰਨ ਜਾ ਰਹੇ ਹੋ ਉਹਦੇ ਵਿੱਚ ਕੌਮ ਨੂੰ ਕੋਈ ਬਲੂ ਪ੍ਰਿੰਟ ਉਸ ਚੀਜ਼ ਦਾ ਦੇ ਰਹੇ ਹੋ? ਦੂਸਰਾ ਜਿਹੜੀ ਵਾਰਿਸ ਪੰਜਾਬ ਦੇ ਜਿਹੜੀ ਆਰਗੇਨਾਈਜੇਸ਼ਨ ਹੈ ਉਹਦੇ ਨਾਲ ਤੁਹਾਡੀ ਕੋਈ ਐਸੋਸੀਏਸ਼ਨ ਹੈ ਜਾਂ ਉਹ ਸੈਪਰੇਟ ਤੌਰ ਤੇ ਆਪਣਾ ਕੰਮ? ਜੇ ਤੁਸੀਂ ਉੱਥੇ ਸੁਣਦੇ ਹੋਵੋਗੇ, ਮੈਂ ਆਪਣੀ ਸਪੀਚ ਨੂੰ ਕਿਹਾ ਕਿ ਸਿੱਧੂ ਸਾਹਿਬ ਦੇ ਪਰਿਵਾਰ ਨੂੰ ਤੇ ਇਹਨਾਂ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਬਿਲਕੁਲ ਸਤਿਕਾਰ ਨਾਲ ਲੈ ਕੇ ਚੱਲਾਂਗੇ। ਤੇ ਜੇ ਤੁਸੀਂ ਇਸ ਨੂੰ ਸੁਣ ਲੈਂਦੇ, ਇਹ ਸਵਾਲ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਸੀ। ਨਹੀਂ, ਬਲੂ ਪ੍ਰਿੰਟ ਤਾਂ ਆਇਆ ਨਹੀਂ ਨਾ ਜੀ। ਬਲੂ ਪ੍ਰਿੰਟ ਕੀ ਹੈ ਜੀ? ਜੇ ਉੱਥੇ ਇਕੱਠ ਹੋਇਆ, ਲੋਕਾਂ ਦਾ ਰੋਸ ਤਾਂ ਸੀਗਾ, ਤਾਂ ਕੋਈ ਬਲੂ ਪ੍ਰਿੰਟ ਉਹਨਾਂ ਨੂੰ ਮਿਲਿਆ ਨਹੀਂ? ਕਿਉਂ ਨਹੀਂ ਮਿਲਿਆ? ਬਿਲਕੁਲ ਮਿਲ ਗਿਆ। ਯੂਨਿਟੀ ਹੋ ਗਈ ਸਾਰਿਆਂ ਦੀ। ਜਿਹੜੇ ਆਜ਼ਾਦੀ ਦੇ ਵਿੱਚ ਨਹੀਂ ਮੰਨਦੇ, ਬਾਦਲ ਕੇ, कैप्टन के, ढींसे के, आम आदमी पार्टी के, SGPC के, दमदमी टकसाल के, उत्थे आए नहीं। तो मेरा मतलब है मेजॉरिटी सिखा ने कहता कि असी जिहड़ी सोच संत जरनैल सिंह भिंडरां वालियां दी सी, सिद्धू साहब दी सी आज़ादी दी, असी उहदे ते ਚੱਲਣ ਨੂੰ ਤਿਆਰ ਹਾਂ। ਬਸ ਇਹ ਤੁਸੀਂ ਉਹਨੇ ਕਿਹਾ ਕਿ ਇਟ ਇਜ਼ ਰਿਟਨ ਇਨ ਦੀ ਇਨ ਆਵਰ ਕਨਸਟੀਟਿਊਸ਼ਨ ਕਿ ਤੁਸੀਂ ਕਿਰਪਾਨ ਕੈਰੀ ਕਰ ਸਕਦੇ ਹੋ। ਹਾਂਜੀ, ਅੱਜ ਕੱਲ੍ਹ ਅਸੀਂ ਵੇਖਦੇ ਹੈਗੇ, ਤੁਹਾਨੂੰ ਤਾਂ ਕਿਰਪਾਨ ਲੈ ਕੇ ਰੋਕਿਆ ਸੀਗਾ, ਪਰ ਜਿਹੜੇ ਅੱਜ ਕੱਲ੍ਹ ਬੱਚੇ ਹੈਗੇ ਉਹਨਾਂ ਨੂੰ ਕਿਸੇ ਨੂੰ ਐਗਜ਼ਾਮ ਦੇ ਵਿੱਚ ਕੜਾ ਨਹੀਂ ਪਾਉਣ ਦਿੱਤਾ ਜਾਂਦਾ ਹੈਗਾ, ਕਿਸੇ ਨੂੰ ਜਿਹੜੀ ਅਸੀਂ ਕੈਰੀ ਕਰਦੇ ਹਾਂ ਕਿਰਪਾਨ ਨਹੀਂ ਪਾ ਦਿੱਤੀ ਜਾਂਦੀ। ਤੇ ਇਹਦੇ ਵਿੱਚ ਤੁਸੀਂ ਕੀ ਕਨਸਟੀਟਿਊਸ਼ਨਲੀ ਤੁਸੀਂ ਕਹਿੰਦੇ ਹੋ ਕਿ ਇਹ ਜਾਇਜ਼ ਹੈਗਾ? ਅਸੀਂ ਵੇਖਿਆ ਇਹ ਲਿਖਿਆ ਵੀ ਹੈਗਾ, ਤੇ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕਿਉਂ ਨਹੀਂ ਇਹ ਮਾਮਲਾ ਗਿਆ ਤੇ ਉਹਨਾਂ ਨੇ ਜੱਜਸ ਦਾ ਕੀ ਰੁਖ ਸੀਗਾ ਇਸ ਤੇ? मेरा कहने का मतलब है कि ये मेजॉरिटेरियनिज्म, हिंदुत्वा, हिंदू राष्ट्र इड्डा तकड़ा हो गया है कि अपनी बीबी नूं करनाटक दे विच एक बच्ची नूं अपना इत्थे पटका नहीं पहनन दिता ते मुसलमान बीबियां नूं हजाब नहीं पहनन दिता। सिख ते मुसलमान नूं एक समझते है। ते होर तुसीं मैनूं पुछो कि जदों असीं कहता है कि जे असी हिंदुत्व ਨੂੰ नहीं सिखाते, फिर साडा हक होना चाहिए डेमोक्रेटिकली कि असी अलहदा हो जाइए। ਨਹੀਂ ਸਰ, ਇਹ ਤਾਂ ਚਲੋ ਠੀਕ ਹੈ, ਇਹ ਵੀ ਤੁਹਾਡੀ ਗੱਲ ਠੀਕ ਹੈਗੀ, ਜਾਇਜ਼ ਹੈ, ਤੁਸੀਂ ਇਹ ਮੰਨਦੇ ਹੋ।
ਪਰ ਤੁਸੀਂ ਇਹਦੇ ਲਈ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਅਪੀਲ ਪਾਈ ਵੀ ਇਸ ਤਰੀਕੇ ਨਾਲ ਸਿੱਖਾਂ ਦੇ ਨਾਲ ਹੋ ਰਿਹਾ ਹੈਗਾ, ਨਹੀਂ ਹੋਣਾ ਚਾਹੀਦਾ, ਜਦੋਂ ਕਿ ਕਨਸਟੀਟਿਊਸ਼ਨ ਦੇ ਵਿੱਚ ਹੀ ਲਿਖਿਆ ਹੋਇਆ ਹੈ। ਜਦੋਂ ਸਿੱਖਾਂ ਦਾ ਜੱਜ ਹੀ ਕਿਤੇ ਹੈ ਨਹੀਂਗਾ ਸੁਪਰੀਮ ਕੋਰਟ ਹਾਈ ਕੋਰਟਾਂ 'ਚ, ਹੈ ਨਾ, ਤੇ ਜਿਹੜਾ ਸੁਪਰੀਮ ਕੋਰਟ ਨੇ ਸਭ ਤੋਂ ਵੱਡੇ ਡਰੱਗ ਲਾਰਡ ਜਿਹੜਾ ਚਿੱਟਾ, ਸਮੈਕ, ਹੈਰੋਇਨ, ਇਹ ਸਾਰੇ ਪਿੰਡਾਂ ਦੇ ਵਿੱਚ ਫੈਲਾਉਂਦਾ ਸੀ, ਉਸ ਨੂੰ ਤਾਂ ਜ਼ਮਾਨਤ ਦੇਤੀ ਹੈ। ਤੇ ਜਿਹੜਾ MLA ਬਲਾਤਕਾਰ ਤੇ ਜਬਰ ਜਨਾਹ ਕਰਕੇ ਆਇਆ ਸੀ, ਉਸ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇਤੀ ਹੈ। ਤਾਂ ਫਿਰ ਅਸੀਂ ਕੀ ਇਤਬਾਰ ਰੱਖ ਸਕਦੇ ਹਾਂ ਇਹੋ ਜਿਹੀ ਜੁਡੀਸ਼ਰੀ ਦੇ ਉੱਤੇ ਕਿ ਉਹ ਸਿੱਖਾਂ ਦੇ ਨਾਲ ਇਨਸਾਫ ਕਰੂਗੀ। ਬਰਗਾੜੀ ਵੀ ਬਰਗਾੜੀ ਦਾ ਜੱਜਾਂ ਨੇ ਬਰਗਾੜੀ ਵੀ ਜਿਹੜੀ ਤਫਤੀਸ਼ ਸੀ ਉਹ ਵੀ ਰੋਕਤੀ ਹੈ। ਬਜਾਜ ਸਾਹਿਬ ਨੇ, ਸ਼ੇਖਵਤ ਸਾਹਿਬ ਨੇ, ਸਾਗਵਾਨ ਸਾਹਿਬ ਨੇ। ਹੁਣ ਜਿੰਨਾ ਚਿਰ, ਮੇਰਾ ਮਤਲਬ ਇਹ ਤਾਂ ਅਣਸਮਝ ਵਾਲਾ ਬੰਦਾ ਐਵੇਂ ਪੱਥਰਾਂ ਨਾਲ ਮੱਥਾ ਮਾਰੂ ਜੇ ਇਹਨਾਂ ਹਾਈ ਕੋਰਟਾਂ ਤੇ ਸੁਪਰੀਮ ਕੋਰਟਾਂ ਕੋਲੇ ਜਾਊਗਾ। ਮਾਨ ਸਾਹਿਬ, ਸੋਸ਼ਲ ਮੀਡੀਆ ਦੇ ਉੱਤੇ ਹੁਣ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਯੂਕਰੇਨ ਨੇ ਆਪਣੇ ਵੀਜ਼ਾ ਜਿਹੜੀਆਂ ਸ਼ਰਤਾਂ ਨਰਮ ਕਰ ਦਿੱਤੀਆਂ ਨੇ। ਕੀ ਜਾ ਰਹੇ ਹੋ ਯੂਕਰੇਨ ਮਾਨ ਸਿੰਘ ਮਾਨ ਨੂੰ ਨਾਲ ਲੈ ਕੇ? ਹਾਂ, ਅਸੀਂ ਜਾਵਾਂਗੇ, ਪਰ ਸਾਨੂੰ ਕੋਈ ਆਨਸਰ ਅਜੇ ਤੱਕ ਯੂਕਰੇਨ ਦੀ ਐਮਬੈਸੀ ਤੋਂ ਨਹੀਂ ਮਿਲ ਰਿਹਾ ਹੈਗਾ। ਅਸੀਂ ਰੋਜ਼ ਇਨ ਟੱਚ ਹੈਗੇ ਹਾਂ। ਉਹਨਾਂ ਦੀ ਸਰਕਾਰ ਹੈ ਨਹੀਂ ਗੀ ਯੂਕਰੇਨ ਦੇ ਵਿੱਚ, ਤੇ ਉਹਨਾਂ ਦੀ ਐਮਬੈਸੀ ਨਹੀਂ ਫੰਕਸ਼ਨ ਕਰ ਰਹੀ। ਤੇ ਜਿਹੜੀ ਤੁਸੀਂ ਨਿਊਜ਼ ਦੱਸੀ ਉਹ ਮੈਨੂੰ ਪਲੀਜ਼ ਦਿਖਾ ਦਿਓ, ਜਿਹਦੇ ਤੇ ਅਸੀਂ ਅੱਗੇ ਫੋਲੋ ਕਰ ਸਕੀਏ। ਲਗਾਤਾਰ ਕਹਿ ਰਿਹਾ ਕਿ ਹੋ ਗਿਆ ਵੀਜ਼ਾ ਸ਼ਰਤਾਂ ਤੁਸੀਂ ਨਰਮ ਕਹਿੰਦੇ ਹੋ, ਮੈਨੂੰ ਦਿਖਾ ਦਿਓ ਨਾ। ਠੀਕ ਹੈ ਜੀ ਬਾਈ, ਤੁਸੀਂ ਕੀ ਕਹਿੰਦੇ ਹੋ? ਮੈਂ ਸਿਰਫ ਜਾਣਕਾਰੀ ਚ ਵਾਧਾ ਲੈਣਾ ਚਾਹਾਂਗੀ, ਜਿਹਨੇ ਮਾਈਕ ਚੁੱਕਨੇ ਚੁੱਕ ਸਕਦੇ। ਮੈਂ ਜਸਟ ਇੱਕ ਪਰਸਨਲ ਟਾਕ ਕਰ ਰਹੀ ਹਾਂ।